ਆਓ ਅਸੀਂ ਮੁਕਤੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੋ ਅੰਤ ਤੱਕ ਸਬਰ ਰੱਖਦੇ ਹਨ। ਉਪਦੇਸ਼ ਸਿਰਲੇਖ ਨਾਲ ਉਹਨਾਂ ਸਭ ਕੰਮਾਂ ਬਾਰੇ ਸੋਚਣ ਲਈ ਕੁਝ ਸਮਾਂ ਲਈਏ ਜੋ ਪਰਮੇਸ਼ਰ ਇਸ ਯੁੱਗ ਵਿੱਚ ਕਰ ਰਹੇ ਹਨ। ਪ੍ਰਾਚੀਨ ਚੀਨ ਵਿੱਚ ਜ਼ੋਊ ਰਾਜਵੰਸ਼ ਦੌਰਾਨ ਜਿयांग ਟੈਗੋਂਗ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ। ਇਸ ਵਿਅਕਤੀ ਨੇ ਲਗਭਗ 80 ਸਾਲ ਦੀ ਉਮਰ ਤੱਕ ਕੋਈ ਸਰਕਾਰੀ ਨੌਕਰੀ ਦਾ ਅਹੁਦਾ ਨਹੀਂ ਸੰਭਾਲਿਆ ਸੀ, ਪਰ ਸਿਰਫ ਨਦੀ ਦੇ ਕੰਢੇ ਮੱਛੀ ਫੜਨ ਵਿੱਚ ਆਪਣੀ ਉਮਰ ਬਿਤਾਈ ਸੀ। ਉਸ ਦੀ ਪਤਨੀ ਜੀਵਨ ਭਰ ਇਹ ਸੋਚ ਕੇ ਬਹੁਤ ਦੁਖੀ ਸੀ ਕਿ ਉਸ ਨੂੰ ਆਪਣੇ ਪਤੀ ਦੀ ਸਹਾਇਤਾ ਕਰਨੀ ਹੈ ਕਿਉਂਕਿ ਉਹ ਬਹੁਤ ਨਿਪੁੰਨ ਹੈ। ਭਲੇ ਹੀ ਉਸਨੇ ਉਸਦੀ ਕਿੰਨੀ ਹੀ ਸਹਾਇਤਾ ਕੀਤੀ ਹੋਵੇ, ਜਿयांग ਟੈਗੋਂਗ ਨੇ ਕਦੇ ਵੀ ਸਰਕਾਰੀ ਨੌਕਰੀ ਮਿਲਣ ਬਾਰੇ ਨਹੀਂ ਸੋਚਿਆ ਸੀ, ਪਰ ਉਹ ਸਾਰਾ ਦਿਨ ਮੱਛੀ ਫੜਨ ਜਾਂਦਾ ਸੀ। ਕਿਉਂਕਿ ਉਹ 80 ਸਾਲਾਂ ਦਾ ਸੀ ਤਾਂ ਉਸਦੀ ਪਤਨੀ ਵੀ ਪੱਕਾ ਹੀ ਬੁਢਾਪੇ ਵਿੱਚ ਹੋਵੇਗੀ, ਪਰ ਉਹ ਬੁਢਾਪੇ ਵਿੱਚ ਹੀ ਆਪਣੇ ਪਤੀ ਨੂੰ ਛੱਡ ਕੇ ਚਲੀ ਗਈ। ਠੀਕ ਉਸੇ ਸਮੇਂ ਚਾਂਗ ਖਾਨਦਾਨ ਦੇ ਰਾਜੇ ਦੇ ਜ਼ੁਲਮ ਕਾਰਨ ਜ਼ੋਊ ਰਾਜਵੰਸ਼ ਦੇ ਰਾਜਾ ਵੇਨ ਨੇ ਇਹ ਸੋਚ ਕੇ ਬੁੱਧੀਜੀਵੀਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ। ਹੁਣ ਸ਼ਾਂਗ ਖਾਨਦਾਨ ਉੱਤੇ ਹਮਲਾ ਕਰਨ ਅਤੇ ਇਸ ਨੂੰ ਜਿੱਤਣ ਦਾ ਸਮੇਂ ਹੈ। ਰਾਜਾ 3 ਦਿਨਾਂ ਦੀ ਤਿਆਰੀ ਤੋਂ ਬਾਅਦ ਜਿयांग ਟੈਗੋਂਗ ਨੂੰ ਮਿਲਣ ਲਈ ਗਿਆ। ਰਾਜਾ ਨੇ ਮਹਿਸੂਸ ਕੀਤਾ ਕਿ ਲੋਕਾਂ ਦੀਆਂ ਕਈਆਂ ਗੱਲਾਂ ਦੀ ਤੁਲਨਾ ਵਿੱਚ ਜਿयांग ਟੈਗੋਂਗ ਕਿਤੇ ਵੱਧ ਵਿਲੱਖਣ ਵਿਅਕਤੀ ਸੀ। ਇਸ ਲਈ ਰਾਜਾ ਨੇ ਉਸ ਨੂੰ ਆਪਣੀ ਇੱਛਾ ਦੱਸੀ ਅਤੇ ਸ਼ਾਂਗ ਰਾਜਵੰਸ਼ ਨੂੰ ਜਿੱਤਣ ਲਈ ਜਿयांग ਟੈਗੋਂਗ ਨੂੰ ਕਮਾਂਡਰ ਦੇ ਰੂਪ ਵਿੱਚ ਨਿਯੁਕਤ ਕੀਤਾ। ਫੌਜੀ ਰਣਨੀਤੀਆਂ ਨਾਲ ਜੋ ਉਸਨੇ ਆਪਣੇ ਜੀਵਨ ਕਾਲ ਵਿੱਚ ਪ੍ਰਾਪਤ ਕੀਤੀ ਸੀ, ਜਿयांग ਟੈਗੋਂਗ ਫੌਜ ਦੀ ਸਫਲਤਾਪੂਰਵਕ ਅਗਵਾਈ ਕਰਨ ਲਈ ਯੋਗ ਸੀ ਅਤੇ ਆਖਿਰਕਾਰ ਸ਼ਾਂਗ ਖਾਨਦਾਨ ਨੂੰ ਜਿੱਤ ਲਿਆ। ਜੰਗ ਖਤਮ ਹੋਣ ਤੋਂ ਬਾਅਦ ਰਾਜਾ ਵੂ ਨੇ ਸੋਚਿਆ, ਮੈਂ ਇਸ ਦੇਸ਼ ਵਿੱਚ ਪ੍ਰਬੰਧਕੀ ਪ੍ਰਣਾਲੀ ਦੀ ਬਣਤਰ ਕਿਵੇਂ ਕਰਾਂ ਜਿਸ ਤੋਂ ਮੈਂ ਇਸ ਵਿਸ਼ਾਲ ਖੇਤਰ ਵਿੱਚ ਸਫਲਤਾਪੂਰਵਕ ਰਾਜ ਕਰ ਸਕਾਂ। ਇਸ ਲਈ ਉਸਨੇ ਜਾਗੀਰਦਾਰੀ ਪ੍ਰਣਾਲੀ ਨੂੰ ਲਾਗੂ ਕੀਤਾ, ਜਿੱਥੇ ਰਾਜ ਦੇ ਹਿੱਸੇ ਹਰ ਜਾਗੀਰੂ ਦੇਸ਼ਾਂ ਨੂੰ ਦਿੱਤੇ ਗਏ। ਇਸ ਤਰ੍ਹਾਂ ਸਾਰੇ ਜਾਗੀਰਦਾਰ ਮਿਲ ਕੇ ਰਾਜ ਦੀ ਦੇਖਭਾਲ ਕਰ ਸਕੇ। ਇਸ ਤਰ੍ਹਾਂ ਰਾਜਾ ਵੂ ਅਜਿਹੀ ਪ੍ਰਬੰਧਕੀ ਪ੍ਰਣਾਲੀ ਦੀ ਬਣਤਰ ਕਰਨ ਦੇ ਯੋਗ ਹੋ ਗਿਆ ਜੋ ਵਿਦੇਸ਼ੀ ਦੁਸ਼ਮਣਾਂ ਖਿਲਾਫ ਰਾਜ ਦੀ ਰੱਖਿਆ ਕਰ ਸਕਦੀ ਹੈ। ਜਦੋਂ ਉਸਨੇ ਸ਼ਾਂਗ ਖਾਨਦਾਨ ਨੂੰ ਜਿੱਤਣ ਵਿੱਚ ਸਭ ਤੋਂ ਵੱਧ ਯੋਗਦਾਨ ਦੇਣ ਵਾਲੇ ਵਿਅਕਤੀ ਬਾਰੇ ਸੋਚਿਆ ਤਾਂ ਉਹ ਜਿयांग ਟੈਗੋਂਗ ਸੀ। ਇਸੇ ਕਾਰਨ ਤੋਂ ਰਾਜਾ ਵੂ ਨੇ ਜਿयांग ਟੈਗੋਂਗ ਨੂੰ ਕਵੀ ਖਾਨਦਾਨ ਦਾ ਰਾਜਾ ਬਣਾਇਆ। ਅਚਾਨਕ ਜਿयांग ਟੈਗੋਂਗ ਕਵੀ ਖਾਨਦਾਨ ਦਾ ਪਹਿਲਾ ਰਾਜਾ ਬਣ ਗਿਆ। ਰਾਜਾ ਬਣਨ ਤੋਂ ਬਾਅਦ ਉਹ ਆਪਣੇ ਅਧੀਨ ਲੋਕਾਂ ਨਾਲ ਵਿਜੇਤਾ ਦੇ ਰੂਪ ਨਾਲ ਕਵੀ ਵੱਲ ਤੁਰਿਆ। ਜਿयांग ਟੈਗੋਂਗ ਦੀ ਪਤਨੀ, ਜਿਸ ਨੇ ਉਸ ਨੂੰ ਛੱਡ ਦਿੱਤਾ ਸੀ, ਸੋਚਿਆ ਕਿਉਂਕਿ ਮੇਰੇ ਪਤੀ ਰਾਜਾ ਬਣ ਗਏ ਹਨ ਤਾਂ ਮੈਂ ਹੁਣ ਰਾਣੀ ਬਣ ਸਕਦੀ ਹਾਂ। ਤਾਂ ਉਹ ਖੁਸ਼ੀ ਨਾਲ ਨੱਚਣ ਲੱਗੀ ਅਤੇ ਸ਼ਾਹੀ ਜਲੂਸ ਨੂੰ ਇਹ ਕਹਿੰਦੇ ਹੋਏ ਰੋਕ ਦਿੱਤਾ, ਮੈਂ ਤੁਹਾਡੀ ਪਤਨੀ ਹਾਂ ਜਿਸ ਨੇ ਲਗਭਗ 80 ਸਾਲਾਂ ਤੱਕ ਤੁਹਾਡੀ ਸੇਵਾ ਅਤੇ ਸਹਾਇਤਾ ਕੀਤੀ ਸੀ। ਉਹ ਉਸ ਨੂੰ ਉਸਦੀ ਪਤਨੀ ਦੇ ਰੂਪ ਵਿੱਚ ਸਵੀਕਾਰ ਕਰਨ ਲਈ ਕਹਿ ਰਹੀ ਸੀ। ਫਿਰ ਜਿयांग ਟੈਗੋਂਗ ਨੇ ਆਪਣੇ ਸੇਵਕਾਂ ਨੂੰ ਪਾਣੀ ਦਾ ਇੱਕ ਕਟੋਰਾ ਲਿਆਉਣ ਦਾ ਆਦੇਸ਼ ਦਿੱਤਾ। ਅਚਾਨਕ ਉਸਨੇ ਪਾਣੀ ਨੂੰ ਧਰਤੀ ਉੱਤੇ ਡੋਲ ਦਿੱਤਾ ਅਤੇ ਉਸ ਨੂੰ ਕਿਹਾ, ਜੇ ਤੁਸੀਂ ਪਾਣੀ ਨੂੰ ਕਟੋਰੇ ਵਿੱਚ ਵਾਪਿਸ ਪਾ ਸਕਦੇ ਹੋ ਤਾਂ ਮੈਂ ਤੁਹਾਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰਾਂਗਾ। ਸਾਰੇ ਲੋਕੋ, ਕਿ ਕੋਈ ਪਾਣੀ ਨੂੰ ਵਾਪਸ ਕਟੋਰੇ ਵਿੱਚ ਪਾ ਸਕਦਾ ਹੈ? ਨਹੀਂ, ਇਹ ਉਸ ਦੀ ਪਤਨੀ ਦੇ ਰੂਪ ਵਿੱਚ ਉਸ ਦੀ ਸਥਿਤੀ ਵਾਂਗ ਹੀ ਹੈ। ਕਿਉਂਕਿ ਉਸਨੇ ਅੰਤ ਤੱਕ ਸਬਰ ਨਹੀਂ ਰੱਖਿਆ, ਇਸ ਲਈ ਉਸਨੇ ਰਾਜ ਦੀ ਰਾਣੀ ਬਣਨ ਦਾ ਸ਼ਾਨਦਾਰ ਅਹੁਦਾ ਪ੍ਰਾਪਤ ਕਰਨ ਦਾ ਮੌਕਾ ਗਵਾ ਦਿੱਤਾ। ਬਾਅਦ ਵਿੱਚ ਕਿਉਂਕਿ ਜਿयांग ਟੈਗੋਂਗ ਨੂੰ ਕਵੀ ਖਾਨਦਾਨ ਦੇ ਰਾਜਾ ਵਜੋਂ ਉਸ ਦੀ ਪ੍ਰਭੂਸੱਤਾ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਵਾਰਿਸ ਪ੍ਰਾਪਤ ਕਰਨਾ ਸੀ, ਤਾਂ ਉਹ ਰਾਣੀ ਵਜੋਂ ਇੱਕ ਨਵੀਂ ਪਤਨੀ ਲੈ ਆਇਆ ਅਤੇ ਉਸ ਦਾ ਰਾਜ ਜਾਗੀਰੂ ਦੇਸ਼ਾਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਰਾਜ ਵਿੱਚੋਂ ਇੱਕ ਬਣ ਗਿਆ। ਮੈਂ ਇਹ ਕਹਾਣੀ ਤੁਹਾਡੇ ਨਾਲ ਇਸ ਲਈ ਸਾਂਝਾ ਕਰ ਰਿਹਾ ਹਾਂ ਕਿ ਉਸਦੇ 80 ਸਾਲਾਂ ਦੀ ਉਮਰ ਤੱਕ ਉਸਦੀ ਪਤਨੀ ਨੇ ਸਬਰ ਰੱਖਿਆ। ਜੇਕਰ ਉਸਨੇ ਥੋੜਾ ਹੋਰ ਚੱਲਿਆ ਹੁੰਦਾ ਤਾਂ ਉਹ ਕਈ ਚੰਗੀਆਂ ਚੀਜ਼ਾਂ ਦਾ ਹਿੱਸਾ ਹੁੰਦੀ। ਕਿਉਂਕਿ ਉਹ ਥੋੜਾ ਹੋਰ ਚੱਲ ਨਹੀਂ ਪਾਈ, ਇਸ ਲਈ ਉਸਨੇ ਸ਼ਾਹੀ ਅਹੁਦੇ ਨੂੰ ਪ੍ਰਾਪਤ ਕਰਨ ਦਾ ਮੌਕਾ ਗਵਾ ਦਿੱਤਾ। ਜਿਵੇਂ
ਐਸਾਓ ਦੇ ਮਾਮਲੇ ਵਿੱਚ ਜਿਸ ਨੇ ਆਪਣੇ ਪਹਿਲੋਠਿਆਂ ਦਾ ਅਧਿਕਾਰ ਗਵਾ ਦਿੱਤਾ ਸੀ। ਇਸ ਦੁਨੀਆ ਵਿੱਚ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਹਨ। ਜੇਕਰ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਅੰਤ ਤੱਕ ਸਬਰ ਨਾ ਰੱਖੀਏ ਪਰ ਵਿਚਕਾਰ ਹਾਰ ਮੰਨ ਲਈਏ ਤਾਂ ਅਸੀਂ ਸੁੰਦਰ, ਸ਼ਾਨਦਾਰ ਅਤੇ ਆਨੰਦਮਈ ਰਾਜ ਵਿੱਚ ਦਾਖਲ ਹੋਣ ਵਿੱਚ ਸਫਲ ਨਹੀਂ ਹੋਵਾਂਗੇ। ਇਸ ਲਈ ਭਲੇ ਹੀ ਸਾਡੇ ਉੱਤੇ ਕਿੰਨੀ ਵੀ ਮੁਸ਼ਕਿਲਾਂ ਕਿਉਂ ਨਾ ਆਉਣ, ਸਾਨੂੰ ਅੰਤ ਤੱਕ ਸਬਰ ਰੱਖਣ ਦਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਹੁਣ ਸਾਡਾ ਦੁਸ਼ਮਣ ਸ਼ੈਤਾਨ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ, ਖਤਰਨਾਕ ਝੂਠ ਅਤੇ ਕੁਫਰ ਦੀਆਂ ਟਿੱਪਣੀਆਂ ਵਰਗੀਆਂ ਦੁਸ਼ਟ ਅਫਵਾਹਾਂ ਬਣਾ ਕੇ ਪਰਮੇਸ਼ਰ ਦੇ ਲੋਕਾਂ ਨੂੰ ਅੰਤ ਤੱਕ ਉਹਨਾਂ ਦਾ ਵਿਸ਼ਵਾਸ ਬਣਾਏ ਰੱਖਣ ਤੋਂ ਰੋਕ ਰਿਹਾ ਹੈ। ਭਲੇ ਹੀ ਅਸੀਂ ਇਹਨਾਂ ਅਫਵਾਹਾਂ ਨੂੰ ਸੁਣਦੇ ਹਾਂ, ਫਿਰ ਵੀ ਜੇਕਰ ਅਸੀਂ ਉਸ ਦਰਦ ਅਤੇ ਦੁੱਖ ਬਾਰੇ ਸੋਚੀਏ ਜੋ ਪਿਤਾ ਅਤੇ ਮਾਤਾ ਨੂੰ ਸਹਿਣਾ ਪੈਂਦਾ ਹੈ ਤਾਂ ਅਸੀਂ ਉਹਨਾਂ ਸਭ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਅਤੇ ਅੰਤ ਤੱਕ ਦ੍ਰਿੜ ਖੜੇ ਰਹਿ ਸਕਦੇ ਹਾਂ। ਬਦਕਿਸਮਤੀ ਨਾਲ ਕੁਝ ਆਤਮਾਵਾਂ ਨਸ਼ਟ ਹੋ ਜਾਂਦੀਆਂ ਹਨ ਕਿਉਂਕਿ ਉਹ ਅਫਵਾਹਾਂ ਬਾਰੇ ਉਤਸੁਕ ਹਨ। ਉਹਨਾਂ ਨੂੰ ਮੁਕਤੀ ਦਿੱਤੀ ਜਾਂਦੀ ਹੈ ਜੋ ਅੰਤ ਤੱਕ ਸਬਰ ਰੱਖਦੇ ਹਨ। ਪਿਤਾ ਨੇ ਸਾਨੂੰ ਇਹੀ ਸਿਖਾਇਆ ਹੈ। ਜਦ ਸਾਡੇ ਵਿਸ਼ਵਾਸ ਦੀ ਗੱਲ ਆਉਂਦੀ ਹੈ ਤਾਂ ਬਾਈਬਲ ਵਿੱਚ ਬਹੁਤ ਸਾਰੀਆਂ ਸਿੱਖਿਆਵਾਂ ਹਨ। ਜੋ ਅੰਤ ਤੱਕ ਸਬਰ ਰੱਖੇਗਾ ਉਸੇ ਦੀ ਮੁਕਤੀ ਹੋਵੇਗੀ। ਧੰਨ ਹੈ ਉਹ ਜੋ ਅੰਤ ਤੱਕ ਸਬਰ ਰੱਖਦੇ ਹਨ। ਇਸ ਯੁੱਗ ਵਿੱਚ ਸਾਨੂੰ ਇਹ ਸੋਚ ਕੇ ਕਿ ਕੌਣ ਧੰਨ ਹੈ ਅਤੇ ਕੌਣ ਤਰਸਯੋਗ ਹੈ, ਕਦੇ ਵੀ ਆਪਣਾ ਵਿਸ਼ਵਾਸ ਨਹੀਂ ਗਵਾਉਣਾ ਚਾਹੀਦਾ ਅਤੇ ਨਾ ਹੀ ਇਸ ਉੱਤੇ ਹਾਰ ਮੰਨਣੀ ਚਾਹੀਦੀ ਹੈ। ਇਸ ਧਰਤੀ ਉੱਤੇ ਪਰਮੇਸ਼ਰ ਨੇ ਸਿਯੋਨ ਨੂੰ ਸਾਡੀ ਮੁਕਤੀ ਲਈ ਅੰਤਮ ਪਨਾਹ ਦੇ ਰੂਪ ਵਿੱਚ ਚੁਣਿਆ ਹੈ। ਹਾਲਾਂਕਿ ਬਹੁਤ ਸਾਰੇ ਲੋਕ ਸਿਯੋਨ ਛੱਡ ਦਿੰਦੇ ਹਨ। ਉਹ ਸਿਯੋਨ ਤੋਂ ਵੱਖਰੇ ਹੋ ਕੇ ਗਲਤੀ ਨਾਲ ਸੋਚਦੇ ਹਨ ਕਿ ਉਹਨਾਂ ਕੋਲ ਹੁਣ ਵੀ ਮੁਕਤੀ ਹੈ। ਇਹ ਬਹੁਤ ਬਦਕਿਸਮਤੀ ਦੀ ਗੱਲ ਹੈ ਕਿ ਉਹਨਾਂ ਕੋਲ ਇਸ ਤਰ੍ਹਾਂ ਦੇ ਵਿਚਾਰ ਹਨ। ਜਿਵੇਂ ਕਿ ਜਿਆਂਗ ਟੈਗੋਂਗ ਦੀ ਪਤਨੀ ਦੀ ਕਹਾਣੀ ਵਿੱਚ ਹੈ, ਕੁਝ ਲੋਕ ਸੋਚ ਸਕਦੇ ਹਨ ਜੇਕਰ ਮੈਂ ਸਿਯੋਨ ਛੱਡ ਦੇਵਾਂ ਤਾਂ ਕਿ ਜੀਵਨ ਬਿਹਤਰ ਨਹੀਂ ਹੋਵੇਗਾ। ਇਹ ਕਦੇ ਵੀ ਬਿਹਤਰ ਨਹੀਂ ਹੋ ਸਕਦਾ। ਧਰਤੀ ਅਤੇ ਪੂਰੇ ਬ੍ਰਹਿਮੰਡ ਉੱਤੇ ਕੌਣ ਰਾਜ ਕਰਦਾ ਹੈ? ਹਰ ਯੁੱਗ ਵਿੱਚ ਸਾਰੇ ਇਤਿਹਾਸ ਦਾ ਆਯੋਜਨ ਅਤੇ ਅਗਵਾਈ ਕੌਣ ਕਰਦਾ ਹੈ? ਕਦੇ-ਕਦੇ ਲੋਕ ਆਪਣੇ ਭੁੱਲਾਂ ਨਾਲ ਇਨਕਾਰ ਕਰਦੇ ਹਨ ਅਤੇ ਸਵੀਕਾਰ ਕਰਦੇ ਹਨ ਕਿ ਇਹ ਸਭ ਪਰਮੇਸ਼ਰ ਕਰਦੇ ਹਨ, ਪਰ ਉਹ ਇਸ ਨੂੰ ਆਪਣੇ ਦਿਲ ਵਿੱਚ ਪੂਰੀ ਤਰ੍ਹਾਂ ਨਹੀਂ ਮੰਨਦੇ। ਜੇਕਰ ਉਹ ਇਸ ਨੂੰ ਆਪਣੇ ਦਿਲ ਵਿੱਚ ਪੂਰੀ ਤਰ੍ਹਾਂ ਨਹੀਂ ਮੰਨਦੇ ਤਾਂ ਉਹ ਆਪਣੇ ਵਿਸ਼ਵਾਸ ਨੂੰ ਤਿਆਗਣ ਦਾ ਇੱਕ ਮੂਰਖਤਾ ਵਾਲਾ ਕੰਮ ਕਰਦੇ ਹਨ। ਫਿਰ ਸਿਯੋਨ ਨੂੰ ਕਿਸ ਨੇ ਸਥਾਪਿਤ ਕੀਤਾ ਜਿੱਥੇ ਪਰਮੇਸ਼ਰ ਦੀ ਸੱਚਾਈ ਪਾਈ ਜਾਂਦੀ ਹੈ? ਆਓ ਅਸੀਂ ਜ਼ਬੂਰਾ ਦੀ ਪੋਥੀ ਅਧਿਆਇ 102 ਤੇ ਜਾ ਕੇ ਇਸ ਦਾ ਜਵਾਬ ਲੱਭੀਏ ਅਤੇ ਪਰਮੇਸ਼ਰ ਦੇ ਉਸ ਵਚਨ ਨੂੰ ਦੇਖੀਏ ਜਿਸ ਨੇ ਸਾਨੂੰ ਸਿਯੋਨ ਨੂੰ ਕਦੇ ਨਾ ਛੱਡਣ ਲਈ ਕਿਹਾ। ਜ਼ਬੂਰਾ ਦੀ ਪੋਥੀ ਅਧਿਆਇ 102 ਵਚਨ 16। ਜਦ ਯਹੋਵਾ ਨੇ ਸਿਯੋਨ ਨੂੰ ਬਣਾਇਆ ਤਾਂ ਉਹ ਆਪਣੇ ਪ੍ਰਤਾਪ ਵਿੱਚ ਪ੍ਰਗਟ ਹੋਇਆ। ਵਚਨ 17। ਉਸਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ ਅਤੇ ਉਹਨਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਤਾ। ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ ਅਤੇ ਜਿਹੜੀ ਪ੍ਰਜਾ ਉਤਪੰਨ ਹੋਵੇਗੀ ਉਹ ਯਹੋਵਾ ਦੀ ਉਤਸਤ ਕਰੇਗੀ। ਉਸਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਾਈ ਤੋਂ ਨਿਗਾਹ ਕੀਤੀ ਹੈ। ਯਹੋਵਾ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ ਹੈ। ਭਾਈ ਹਸੀਰ ਦਾ ਹੋਕਾ ਸੁਣੇ ਅਤੇ ਮਰਨ ਵਾਲਿਆਂ ਨੂੰ ਛੁਡਾਵੇ ਤਾਂ ਜੋ ਲੋਕ ਸਿਯੋਨ ਵਿੱਚ ਯਹੋਵਾ ਦੇ ਨਾਮ ਦਾ ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪ੍ਰਚਾਰ ਕਰਨ। ਜਦ ਲੋਕ ਅਤੇ ਰਾਜਵਾੜੇ ਯਹੋਵਾ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ। ਇੱਥੇ ਕਿਹਾ ਗਿਆ ਹੈ ਕਿ ਪਰਮੇਸ਼ਰ ਸਿਯੋਨ ਨੂੰ ਫਿਰ ਬਣਾਵੇਗਾ। ਸਿਯੋਨ ਨੂੰ ਫਿਰ ਤੋਂ ਬਣਾਉਣ ਦਾ ਅਰਥ ਇਸ ਨੂੰ ਪਹਿਲੀ ਵਾਰ ਸਥਾਪਿਤ ਕਰਨਾ ਨਹੀਂ ਹੈ। ਪਰਮੇਸ਼ਰ ਨੇ ਸਿਯੋਨ ਨੂੰ ਪਹਿਲਾਂ ਹੀ ਬਣਾਇਆ ਸੀ ਪਰ ਉਹ ਨਸ਼ਟ ਹੋ ਗਿਆ। ਇਸ ਲਈ ਬਾਈਬਲ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਪਰਮੇਸ਼ਰ ਇੱਕ ਵਾਰ ਫਿਰ ਸਿਯੋਨ ਨੂੰ ਬਣਾਉਣਗੇ। ਇਸ ਲਈ ਅੰਗਰੇਜ਼ੀ ਬਾਈਬਲ ਵਿੱਚ ਰੀਬਿਲਡ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪਰਮੇਸ਼ਰ ਨੇ ਸਪਸ਼ਟ ਰੂਪ ਨਾਲ ਕਿਹਾ ਕਿ ਉਹ ਸਿਯੋਨ ਨੂੰ ਫਿਰ ਬਣਾਵੇਗਾ। ਜਦ ਬਾਈਬਲ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਪਰਮੇਸ਼ਰ ਸਿਯੋਨ ਨੂੰ ਫਿਰ ਬਣਾਵੇਗਾ ਤਾਂ ਇਸ ਦਾ ਅਰਥ ਹੈ ਕਿ ਉਹ ਇਸ ਨੂੰ ਫਿਰ ਤੋਂ ਸਥਾਪਿਤ ਕਰਨ ਲਈ ਸਰੀਰ ਵਿੱਚ ਦੂਸਰੀ ਵਾਰ ਆਉਣਗੇ, ਕਿਉਂਕਿ ਸਿਯੋਨ ਜਿਸ ਨੂੰ ਉਹਨਾਂ ਨੇ ਆਪਣੇ ਪਹਿਲੀ ਵਾਰ ਆਉਣ ਵੇਲੇ ਸਥਾਪਿਤ ਕੀਤਾ ਸੀ ਨਸ਼ਟ ਹੋ ਗਿਆ ਸੀ। ਆਓ ਅਸੀਂ ਇਬਰਾਨੀਆਂ ਅਧਿਆਇ 9 ਨੂੰ ਦੇਖੀਏ। ਇਬਰਾਨੀਆਂ ਅਧਿਆਇ 9 ਵਚਨ 27। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ।
ਅਤੇ ਉਹਨਾਂ ਉੱਤੇ ਜਿਹੜੇ ਉਹਨਾਂ ਨੂੰ ਉਡੀਕਦੇ ਹਨ, ਉਹਨਾਂ ਦੀ ਮੁਕਤੀ ਲਈ ਮਸੀਹ ਕੀ ਕਰਨਗੇ? ਦੂਈ ਵਾਰ ਪਾਪ ਦੇ ਕੰਮ ਤੋਂ ਅੱਡ ਹੋ ਕੇ ਪ੍ਰਗਟ ਹੋਣਗੇ। ਮਸੀਹ ਨੂੰ ਦੂਸਰੀ ਵਾਰ ਕਿਉਂ ਦਿਖਾਈ ਦੇਣਾ ਚਾਹੀਦਾ ਹੈ? ਜੇਕਰ ਉਹ ਧਰਤੀ ਉੱਤੇ ਸਰੀਰ ਵਿੱਚ ਦੂਸਰੀ ਵਾਰ ਨਾ ਆਉਣ ਤਾਂ ਕੀ ਸਥਾਪਿਤ ਨਹੀਂ ਹੋਵੇਗਾ? ਸਿਓਨ ਸਥਾਪਿਤ ਨਹੀਂ ਹੋਵੇਗਾ। ਜਦ ਪਰਮੇਸ਼ਰ ਨੇ ਆਪਣੇ ਨਬੀਆਂ ਅਤੇ ਸੇਵਕਾਂ ਨੂੰ ਸਿਓਨ ਬਣਾਉਣ ਲਈ ਭੇਜਿਆ ਤਾਂ ਉਹ ਨਹੀਂ ਬਣ ਸਕਿਆ। ਇਸ ਲਈ ਹਿਜਕੀਏਲ ਦੀ ਭਵਿੱਖਬਾਣੀ ਦੇ ਅਨੁਸਾਰ ਮੈਂ ਹੀ ਆਪਣੀ ਇੱਜੜ ਨੂੰ ਚਰਾਵਾਂਗਾ ਅਤੇ ਮੈਂ ਹੀ ਉਹਨਾਂ ਨੂੰ ਲਟਾਵਾਂਗਾ। ਪਰਮੇਸ਼ਰ ਖੁਦ ਅਯਾਲੀ ਦੇ ਰੂਪ ਵਿੱਚ ਧਰਤੀ ਉੱਤੇ ਆਏ। ਇਸ ਤਰ੍ਹਾਂ ਦੀ ਕੋਈ ਭਵਿੱਖਬਾਣੀ ਬਾਕੀ ਨਹੀਂ ਹੈ ਕਿ ਪਰਮੇਸ਼ਰ ਆਪਣੇ ਦੂਸਰੀ ਵਾਰ ਆਉਣ ਤੋਂ ਬਾਅਦ ਸਰੀਰ ਵਿੱਚ ਪ੍ਰਗਟ ਹੋਣਗੇ। ਪਰਮੇਸ਼ਰ ਦਾ ਸਾਰਾ ਮੁਕਤੀ ਦਾ ਕੰਮ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਯੁੱਗ ਦੇ ਦੌਰਾਨ ਪੂਰਾ ਕੀਤਾ ਜਾਵੇਗਾ। 3 ਯੁੱਗਾਂ ਤੋਂ ਬਾਅਦ ਜਦ ਪਰਮੇਸ਼ਰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੀ ਭੂਮਿਕਾ ਅਦਾ ਕਰਕੇ ਸਾਡੀ ਮੁਕਤੀ ਨੂੰ ਪੂਰਾ ਕਰਦੇ ਹਨ ਤਾਂ ਮਨੁੱਖ ਜਾਤੀ ਲਈ ਮੁਕਤੀ ਪ੍ਰਾਪਤ ਕਰਨ ਦਾ ਕੋਈ ਹੋਰ ਮੌਕਾ ਨਹੀਂ ਹੈ। ਜਦ ਪਰਮੇਸ਼ਰ ਅੰਤਿਮ ਯੁੱਗ ਵਿੱਚ ਪ੍ਰਗਟ ਹੁੰਦੇ ਹਨ, ਜੋ ਪਵਿੱਤਰ ਆਤਮਾ ਦਾ ਯੁੱਗ ਹੈ, ਤਾਂ ਉਹ ਸਿਓਨ ਦਾ ਕੀ ਕਰਨਗੇ ਜੋ ਨਸ਼ਟ ਹੋ ਗਿਆ ਹੈ? ਯਹੋਵਾ ਪਰਮੇਸ਼ਰ ਉਸ ਨੂੰ ਫਿਰ ਤੋਂ ਬਣਾਉਣਗੇ। ਬਾਈਬਲ ਸਿਖਾਉਂਦੀ ਹੈ ਕਿ ਭਲੇ ਹੀ ਪਰਮੇਸ਼ਰ ਨੇ ਸਿਓਨ ਨੂੰ ਫਿਰ ਤੋਂ ਬਣਾਇਆ ਜੋ ਨਸ਼ਟ ਹੋ ਗਿਆ ਸੀ। ਜੇਕਰ ਅਸੀਂ ਸਿਓਨ ਵਿੱਚ ਨਹੀਂ ਰਹਿੰਦੇ ਜਾਂ ਸਿਓਨ ਨੂੰ ਛੱਡ ਦਿੰਦੇ ਹਾਂ ਤਾਂ ਅਸੀਂ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਸਾਨੂੰ ਦਿੱਤੀ ਗਈ ਮੁਕਤੀ ਵਿੱਚ ਕਦੇ ਵੀ ਭਾਗ ਨਹੀਂ ਲੈ ਸਕਦੇ। ਆਓ ਅਸੀਂ ਯਿਰਮੀਆ ਅਧਿਆਇ 4 ਖੋਲੀਏ। ਯਿਰਮੀਆ ਅਧਿਆਇ 4 ਵਚਨ 5। ਯਹੂਦਾ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ ਅਤੇ ਆਖੋ, ਭਾਈ ਦੇਸ਼ ਵਿੱਚ ਤੂਰੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇਕੱਠੇ ਹੋ ਜਾਓ, ਭਾਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ। ਤੁਸੀਂ ਸਿਓਨ ਵਿੱਚ ਝੰਡਾ ਉੱਚਾ ਕਰੋ। ਗੜ੍ਹ ਵਾਲੇ ਸ਼ਹਿਰ ਸਿਓਨ ਨੂੰ ਦਰਸਾਉਂਦੇ ਹਨ। ਤੁਸੀਂ ਸਿਓਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ, ਕਿਉਂ ਜੋ ਮੈਂ ਉੱਤਰ ਵੱਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ। ਇੱਕ ਬੱਬਰ ਸ਼ੇਰ ਆਪਣੇ ਝਾੜ ਵਿੱਚੋਂ ਨਿਕਲਿਆ ਹੈ ਅਤੇ ਕੌਮਾਂ ਦੇ ਨਾਸ਼ ਕਰਨ ਵਾਲੇ ਨੇ ਕੂਚ ਕੀਤਾ। ਉਹ ਆਪਣੇ ਥਾਂ ਤੋਂ ਨਿਕਲਿਆ, ਭਾਈ ਤੇਰੇ ਦੇਸ਼ ਨੂੰ ਵੀਰਾਨ ਕਰੇ। ਤੇਰੇ ਸ਼ਹਿਰ ਥੇ ਹੋ ਜਾਣਗੇ ਅਤੇ ਉੱਥੇ ਵਸਣ ਵਾਲਾ ਕੋਈ ਨਾ ਰਹੇਗਾ। ਇਸ ਦੇ ਕਾਰਨ ਤੁਸੀਂ ਆਪਣੇ ਲੱਕ ਉੱਤੇ ਤੱਪੜ ਪਾਓ, ਸਿਆਪਾ ਕਰੋ ਅਤੇ ਖੁਰਲਾਓ ਕਿ ਯਹੋਵਾ ਦਾ ਤੇਜ ਗੁੱਸਾ ਸਾਥੋਂ ਟਲ ਨਹੀਂ ਗਿਆ। ਉਸ ਦਿਨ ਇਹ ਹੋਵੇਗਾ, ਯਹੋਵਾ ਦਾ ਵਾਕ ਹੈ ਕਿ ਪਾਤਸ਼ਾਹ ਦਾ ਦਿਲ ਅਤੇ ਸਰਦਾਰਾਂ ਦੇ ਦਿਲ ਬੈਠ ਜਾਣਗੇ ਅਤੇ ਯਾਜਕ ਡੈਬਰ ਜਾਣਗੇ ਅਤੇ ਨਬੀ ਹੈਰਾਨ ਹੋਣਗੇ। ਨਬੀ ਯਿਰਮੀਆ ਦੁਆਰਾ ਪਰਮੇਸ਼ਰ ਸਾਨੂੰ ਅੰਤ ਦੇ ਦਿਨਾਂ ਬਾਰੇ ਭਵਿੱਖਬਾਣੀ ਜਾਣਨ ਦੇ ਰਹੇ ਹਨ। ਜਦ ਭਿਆਨਕ ਅਤੇ ਮਹਾਨ ਡਰ ਦਾ ਪਲ ਆਉਂਦਾ ਹੈ ਤਾਂ ਇਹ ਵਰਣਨ ਕੀਤਾ ਗਿਆ ਹੈ ਕਿ ਲੋਕਾਂ ਦਾ ਦਿਲ ਕੰਬ ਜਾਵੇਗਾ। ਆਕਾਸ਼ ਸਰਨਾਟੇ ਨਾਲ ਛਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਟਲ ਜਾਣਗੀਆਂ ਅਤੇ ਧਰਤੀ ਉਹਨਾਂ ਕਾਰਾਗਰੀਆਂ ਸਣੇ ਚੋਸ ਵਿੱਚ ਹਲਚਲ ਬਲ ਜਾਵੇਗੀ। ਜਦ ਅਸੀਂ ਲਿਖਿਤ ਸ਼ਬਦਾਂ ਨੂੰ ਪੜ੍ਹਦੇ ਹਾਂ ਤਾਂ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੁੰਦਾ ਹੈ, ਪਰ ਜਦ ਅਸਲ ਵਿੱਚ ਇਸ ਤਰ੍ਹਾਂ ਹੋਵੇਗਾ, ਵਾਹ! ਇਸ ਕਾਰਨ ਬਾਈਬਲ ਨੇ ਇਸ ਨੂੰ ਇਸ ਤਰ੍ਹਾਂ ਦਰਸਾਇਆ ਹੈ। ਇਹ ਕਹਿੰਦਾ ਹੈ ਕਿ ਉਹ ਪੂਰੀ ਤਰ੍ਹਾਂ ਹੈਰਾਨ ਹੋ ਜਾਣਗੇ। ਉਸ ਸਮੇਂ ਬਾਈਬਲ ਸਾਨੂੰ ਕਿੱਥੇ ਭੱਜਣ ਲਈ ਕਹਿੰਦੀ ਹੈ? ਇਹ ਕਹਿੰਦੀ ਹੈ, ਸਿਓਨ ਵੱਲ ਭੱਜੋ ਜੋ ਪਨਾਹ ਅਤੇ ਮੁਕਤੀ ਦਾ ਥਾਂ ਹੈ। ਨੂਹ ਦੇ ਦਿਨਾਂ ਵਿੱਚ ਜਦ ਪਰਮੇਸ਼ਰ ਨੇ 40 ਦਿਨ ਅਤੇ 40 ਰਾਤ ਤੱਕ ਮੀਂਹ ਵਰਾਇਆ ਅਤੇ ਪਾਣੀ ਨਾਲ ਧਰਤੀ ਭਰ ਗਈ, ਤਦ ਨੂਹ ਅਤੇ ਉਸ ਦੇ ਪਰਿਵਾਰ ਨੂੰ, ਜਿਨ੍ਹਾਂ ਨੇ ਜਹਾਜ਼ ਵਿੱਚ ਪ੍ਰਵੇਸ਼ ਕੀਤਾ, ਮੁਕਤੀ ਦਿੱਤੀ ਗਈ। ਨਾਸ਼ ਦੇ ਅੰਤਿਮ ਦਿਨਾਂ ਵਿੱਚ ਜਦ ਰਾਜੇ ਦਾ ਦਿਲ ਕੰਬ ਜਾਵੇਗਾ ਅਤੇ ਯਾਜਕ ਹੈਰਾਨ ਹੋ ਜਾਣਗੇ ਅਤੇ ਨਬੀ ਹੈਰਾਨ ਹੋ ਜਾਣਗੇ, ਤਾਂ ਸਾਨੂੰ ਪੱਕਾ ਹੀ ਸਿਓਨ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਤਦ ਸਿਓਨ ਦੀ ਸਥਾਪਨਾ ਕੌਣ ਕਰੇਗਾ? ਜ਼ਬੂਰਾਂ ਦੀ ਪੋਥੀ 102 ਦੇ ਅਨੁਸਾਰ ਯਹੋਵਾ ਪਰਮੇਸ਼ਰ ਇਸ ਨੂੰ ਫਿਰ ਤੋਂ ਬਣਾਉਣਗੇ। ਜਦ ਪਰਮੇਸ਼ਰ ਆ ਕੇ ਸਿਓਨ ਦੀ ਸਥਾਪਨਾ ਕਰਨਗੇ ਤਾਂ ਸਾਨੂੰ ਸਭ ਨੂੰ ਉਸ ਵਿੱਚ ਬਣੇ ਰਹਿਣਾ ਚਾਹੀਦਾ ਹੈ। ਆਓ ਅਸੀਂ ਯਸ਼ਾਇਆ ਅਧਿਆਇ 33 ਵਚਨ 20 ਦੇਖੀਏ। ਸਿਓਨ ਨੂੰ ਤੱਕ ਸਾਡੇ ਮਿੱਥੇ ਹੋਏ ਪਰਵਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਦੇਖੇਗੀਆਂ। ਇੱਕ ਆਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ। ਇਹ ਕਹਿੰਦਾ ਹੈ ਕਿ ਸਿਓਨ ਕਦੇ ਪੁੱਟਿਆ ਨਾ ਜਾਵੇਗਾ। ਇਹ ਸੱਚ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਇਹ ਇਸ ਲਈ ਹੈ ਕਿਉਂਕਿ ਪਰਮੇਸ਼ਰ ਨੇ ਸਿਓਨ ਨੂੰ ਸਥਿਰ ਕੀਤਾ ਹੈ ਅਤੇ ਉਹ ਉੱਥੇ ਸਾਡੇ ਨਾਲ ਰਹਿੰਦੇ ਹਨ। ਜਿਹਦੇ ਕਿੱਲੇ ਕਦੇ ਉਖਾੜੇ ਨਹੀਂ ਜਾਣਗੇ, ਜਿਹਦੀਆਂ ਲਾਸਾਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ।
ਉਥੇ ਯਹੋਵਾ ਸ਼ਾਨ ਪਰਮੇਸ਼ਰ ਸਾਡੇ ਅੰਗ ਸੰਗ ਹੋਵੇਗਾ। ਜਗ੍ਹਾ ਜਿੱਥੇ ਪਰਮੇਸ਼ਰ ਆਪਣੇ ਲੋਕਾਂ ਨਾਲ ਰਹਿੰਦੇ ਹਨ ਉਹ ਸਿਯੋਨ ਹੈ। ਇਸ ਲਈ ਲੋਕਾਂ ਦੁਆਰਾ ਬਣਾਈ ਗਈ ਨਿੰਦਣਯੋਗ ਅਫਵਾਹਾਂ ਦੇ ਕਾਰਨ ਸਾਨੂੰ ਸਿਯੋਨ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਜਾਂ ਸੱਚ ਨੂੰ ਨਹੀਂ ਛੱਡਣਾ ਚਾਹੀਦਾ ਹੈ। ਜਦ ਅਸੀਂ ਪਹਿਲੇ ਚਰਚ ਦੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਫਰੀਸੀ, ਸਦੂਕੀ ਅਤੇ ਧਾਰਮਿਕ ਨੇਤਾਵਾਂ ਨੇ ਯੀਸ਼ੂ ਮਸੀਹ ਨੂੰ ਕਿੰਨਾ ਸਤਾਇਆ ਅਤੇ ਰੁਕਾਵਟ ਪਾਈ। ਉਹਨਾਂ ਨੇ ਕਿਹਾ, ਭਲਾ ਨਾਸਰਤ ਵਿੱਚੋਂ ਕੋਈ ਉੱਤਮ ਵਸਤੂ ਨਿਕਲ ਸਕਦੀ ਹੈ? ਜਦ ਯੀਸ਼ੂ ਨੇ ਕਿਹਾ, ਮੈਂ ਉਹ ਰੋਟੀ ਹਾਂ ਜੋ ਸਵਰਗ ਤੋਂ ਉਤਰੀ, ਉਹਨਾਂ ਨੇ ਕਿਹਾ, ਅਸੀਂ ਉਸਦੇ ਮਾਤਾ-ਪਿਤਾ ਨੂੰ ਜਾਣਦੇ ਹਾਂ। ਹੁਣ ਉਹ ਕਿਸ ਤਰ੍ਹਾਂ ਕਹਿੰਦਾ ਹੈ ਕਿ ਮੈਂ ਸਵਰਗ ਤੋਂ ਉਤਰਿਆ ਹਾਂ? ਵਾਰ-ਵਾਰ ਉਹਨਾਂ ਨੇ ਲੋਕਾਂ ਨੂੰ ਭੜਕਾਇਆ ਅਤੇ ਉਹਨਾਂ ਨੂੰ ਸੱਚਾਈ ਉੱਤੇ ਵਿਸ਼ਵਾਸ ਕਰਨ ਤੋਂ ਰੁਕਾਵਟ ਪਾਈ, ਨਿੰਦਿਆ ਕੀਤੀ ਅਤੇ ਮੁਕਤੀ ਦੀ ਉਸ ਸੱਚਾਈ ਦਾ ਵਿਰੋਧ ਕੀਤਾ ਜੋ ਯੀਸ਼ੂ ਸਾਰੀ ਮਨੁੱਖ ਜਾਤੀ ਨੂੰ ਬਚਾਉਣ ਲਈ ਪ੍ਰਚਾਰ ਕਰ ਰਹੇ ਸੀ। ਵਚਨ 21 ਪਰ ਉਥੇ ਭਾਵ ਸਿਯੋਨ ਵਿੱਚ ਯਹੋਵਾ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਤੇ ਦਰਿਆ ਹਨ, ਜਿੱਥੇ ਕੋਈ ਚਾਪੂਆ ਵਾਲੀ ਬੇੜੀ ਨਾ ਚੱਲੇਗੀ, ਜਿਹਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ। ਯਹੋਵਾ ਤਾਂ ਸਾਡਾ ਨਿਆਈ ਹੈ, ਯਹੋਵਾ ਸਾਡਾ ਵਿਧੀਆਂ ਦੇਣ ਵਾਲਾ ਹੈ, ਯਹੋਵਾ ਸਾਡਾ ਪਾਤਸ਼ਾਹ ਹੈ, ਉਹ ਸਾਨੂੰ ਬਚਾਵੇਗਾ। ਪਰਮੇਸ਼ਰ ਸਾਡੀ ਮੁਕਤੀ ਕਿੱਥੇ ਕਰਨਗੇ? ਪਰਮੇਸ਼ਰ ਸਿਯੋਨ ਵਿੱਚ ਸਾਡੀ ਮੁਕਤੀ ਕਰਨਗੇ। ਇਸ ਕਾਰਨ ਬਾਈਬਲ ਵਿੱਚ ਲਿਖਿਆ ਹੈ, ਮੁਕਤੀ ਸਿਯੋਨ ਤੋਂ ਪ੍ਰਗਟ ਹੋਵੇਗੀ ਅਤੇ ਬਚਾਉਣ ਵਾਲਾ ਸਿਯੋਨ ਤੋਂ ਆਵੇਗਾ। ਪਰਮੇਸ਼ਰ ਨੇ ਸਿਯੋਨ ਨੂੰ ਨਬੀਆਂ ਦੇ ਦੁਆਰਾ ਸਥਾਪਿਤ ਨਹੀਂ ਕੀਤਾ, ਨਾ ਹੀ ਉਹਨਾਂ ਨੇ ਆਪਣੇ ਸੇਵਕਾਂ ਜਾਂ ਸਵਰਗ ਦੂਤਾਂ ਨੂੰ ਭੇਜ ਕੇ ਆਪਣਾ ਕੰਮ ਪੂਰਾ ਕੀਤਾ। ਉਹ ਕਿਹੜੀ ਥਾਂ ਹੈ ਜਿਸ ਨੂੰ ਪਰਮੇਸ਼ਰ ਨੇ ਖੁਦ ਸਥਾਪਿਤ ਕੀਤਾ ਸੀ ਜਦ ਉਹ ਇਸ ਧਰਤੀ ਉੱਤੇ ਆਏ ਸੀ? ਉਹ ਸਿਯੋਨ ਹੈ। ਇਸ ਦਾ ਅਰਥ ਹੈ ਕਿ ਸਿਯੋਨ ਉੱਤੇ ਹਾਰ ਮੰਨਣਾ ਜਾਂ ਸਿਯੋਨ ਨੂੰ ਛੱਡਣਾ, ਜਿਸ ਨੂੰ ਖੁਦ ਪਰਮੇਸ਼ਰ ਨੇ ਸਥਾਪਿਤ ਕੀਤਾ ਸੀ, ਪਰਮੇਸ਼ਰ ਨੂੰ ਛੱਡਣ ਦੇ ਵਾਂਗ ਹੈ। ਇਸ ਲਈ ਸਾਨੂੰ ਸਿਯੋਨ ਉੱਤੇ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਨਾ ਹੀ ਉਸ ਨੂੰ ਛੱਡਣਾ ਚਾਹੀਦਾ ਹੈ। ਵਚਨ 24 ਕੋਈ ਵਾਸੀ ਨਾ ਆਖੇਗਾ ਮੈਂ ਬਿਮਾਰ ਹਾਂ, ਅਤੇ ਜਿਹੜੇ ਲੋਕ ਉਸ ਵਿੱਚ ਭਾਵ ਸਿਯੋਨ ਵਿੱਚ ਵਸਦੇ ਹਨ ਉਹਨਾਂ ਦੀ ਬਦੀ ਮਾਫ ਕੀਤੀ ਜਾਵੇਗੀ। ਪਰਮੇਸ਼ਰ ਸਿਯੋਨ ਵਿੱਚ ਪਾਪਾਂ ਦੀ ਮਾਫੀ ਦੀ ਕਿਰਪਾ ਵੀ ਪ੍ਰਦਾਨ ਕਰਦੇ ਹਨ। ਸਾਨੂੰ ਅੰਤ ਤੱਕ ਸਿਯੋਨ ਵਿੱਚ ਰਹਿਣਾ ਚਾਹੀਦਾ ਹੈ ਕਿ ਸਾਨੂੰ ਸਿਯੋਨ ਦੇ ਮੈਂਬਰਾਂ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਪਾਲਣ ਕਰਦੇ ਹੋਏ ਅੰਤ ਤੱਕ ਇਕੱਠੇ ਨਹੀਂ ਰਹਿਣਾ ਚਾਹੀਦਾ। ਆਓ ਅਸੀਂ ਯਸ਼ਾਇਆ ਅਧਿਆਇ 4 ਉੱਤੇ ਇੱਕ ਨਜ਼ਰ ਪਾਈਏ। ਯਸ਼ਾਇਆ ਅਧਿਆਇ 4 ਵਚਨ 2 ਉਸ ਦਿਨ ਯਹੋਵਾ ਦੀ ਸਾਖ ਸੋਹਣੀ ਅਤੇ ਪ੍ਰਤਾਪਵਾਨ ਹੋਵੇਗੀ ਅਤੇ ਉਸ ਦੇਸ਼ ਦਾ ਫਲ ਇਜ਼ਰਾਈਲ ਦੇ ਬਚਿਆ ਹੋਇਆਂ ਲਈ ਸ਼ਾਨਦਾਰ ਤੇ ਸੁੰਦਰ ਹੋਵੇਗਾ। ਅਤੇ ਇਹ ਹੋਵੇਗਾ ਕਿ ਜਿਹੜਾ ਸਿਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ, ਉਹ ਕਿਹੜੀ ਮਹਿਮਾ ਪਾਉਣਗੇ? ਉਹ ਪਵਿੱਤਰ ਅਖਵਾਵੇਗਾ, ਉਹ ਸਾਰੇ ਜਿਹੜੇ ਯਰੂਸ਼ਲਮ ਦੇ ਜਿਉਂਦਿਆਂ ਵਿੱਚ ਲਿਖੇ ਗਏ। ਜਦੋਂ ਸੋਨੇ ਦੀ ਕੱਚੀ ਧਾਤ ਵਿੱਚੋਂ ਸੋਨਾ ਕੱਢਿਆ ਜਾਂਦਾ ਹੈ ਤਾਂ ਸਾਰੀਆਂ ਅਸ਼ੁੱਧੀਆਂ ਨੂੰ ਦੂਰ ਕਰਨ ਲਈ ਇਸ ਨੂੰ ਭੱਠੀ ਵਿੱਚ ਗਰਮ ਕੀਤਾ ਜਾਣਾ ਚਾਹੀਦਾ ਹੈ। ਸ਼ੁੱਧ ਸੋਨਾ ਬਣਨ ਤੱਕ ਅਸ਼ੁੱਧੀਆਂ ਨੂੰ ਫਿਲਟਰ ਕਰਨ ਲਈ ਇਸ ਨੂੰ ਨਿਰੰਤਰ ਸੁਧਾਰੀ ਅਤੇ ਗੰਧਕ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਜੋ ਸੋਨਾ ਅੰਤ ਤੱਕ ਰਹਿੰਦਾ ਹੈ ਉਹੀ ਸ਼ੁੱਧ ਹੋਵੇਗਾ। ਇਸ ਤਰ੍ਹਾਂ ਬਾਈਬਲ ਕਹਿੰਦੀ ਹੈ। ਅਤੇ ਇਉਂ ਹੋਵੇਗਾ ਕਿ ਜਿਹੜਾ ਸਿਯੋਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ, ਉਹ ਪਵਿੱਤਰ ਅਖਵਾਵੇਗਾ, ਉਹ ਸਾਰੇ ਜਿਹੜੇ ਯਰੂਸ਼ਲਮ ਦੇ ਜਿਉਂਦਿਆਂ ਵਿੱਚ ਲਿਖੇ ਗਏ। ਜਦ ਅਸੀਂ ਵਿਸ਼ਵਾਸ ਦੇ ਰਾਹ ਉੱਤੇ ਤੁਰਦੇ ਹਾਂ ਤਾਂ ਸਾਨੂੰ ਕਦੇ-ਕਦੇ ਇਸ ਤਰ੍ਹਾਂ ਮਹਿਸੂਸ ਹੋ ਸਕਦਾ ਹੈ ਕਿ ਸਾਡੀ ਆਤਮਿਕ ਯਾਤਰਾ ਇਕਾਧਾਰੀ ਹੈ, ਜਿਵੇਂ ਕਿ ਇਜ਼ਰਾਈਲੀਆਂ ਨੂੰ ਜੰਗਲ ਵਿੱਚ ਆਪਣੀ 40 ਸਾਲਾਂ ਦੀ ਯਾਤਰਾ ਦੌਰਾਨ ਮਹਿਸੂਸ ਹੋਇਆ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਇੱਕ ਹੀ ਪ੍ਰਕਾਰ ਦਾ ਜੀਵਨ ਵਾਰ-ਵਾਰ ਅਨੁਭਵ ਕਰਦੇ ਹਾਂ ਜੋ ਕਿ ਹਰ ਸਾਲ ਜਾਰੀ ਰਹਿੰਦਾ ਹੈ। ਜਿਆਂਗ ਟੈਗੋਂਗ ਦੀ ਪਤਨੀ ਨਾਲ ਵੀ ਅਜਿਹਾ ਹੀ ਸੀ, ਕਿਉਂਕਿ ਉਹ ਉਸਦੇ 80 ਸਾਲਾਂ ਦੀ ਉਮਰ ਤੱਕ ਉਸਦੇ ਨਾਲ ਰਹੀ ਤਾਂ ਉਸਨੇ ਪੂਰੇ ਦਿਲ ਨਾਲ ਲੰਬੇ ਸਮੇਂ ਤੱਕ ਉਸਦੀ ਸੇਵਾ ਕੀਤੀ ਹੋਵੇਗੀ। ਸ਼ਾਇਦ ਅੱਜ ਉਸਨੂੰ ਕਿਸੇ ਪ੍ਰਕਾਰ ਦੀ ਸਰਕਾਰੀ ਨੌਕਰੀ ਮਿਲੇਗੀ। ਇਸ ਵਿਚਾਰ ਨਾਲ ਉਸਨੇ ਉਸਦੀ ਸੇਵਾ ਕਰਨਾ ਜਾਰੀ ਰੱਖਿਆ, ਪਰ ਜਿਆਂਗ ਟੈਗੋਂਗ ਹਮੇਸ਼ਾ ਨਦੀ ਦੇ ਕੰਢੇ ਜਾਂਦਾ ਸੀ ਅਤੇ ਮੱਛੀ ਫੜਨ ਵਿੱਚ ਆਪਣੇ ਦਿਨਾਂ ਨੂੰ ਬਤੀਤ ਕਰਦਾ ਸੀ। ਉਹ ਉੱਥੇ ਮੱਛੀ ਫੜਨ ਨਹੀਂ ਜਾਂਦਾ ਸੀ, ਉਹ ਬਸ ਆਪਣਾ ਸਮਾਂ ਬਰਬਾਦ ਕਰਦਾ ਸੀ, ਕਿਉਂਕਿ ਉਸਨੇ ਕਈ ਸਾਲਾਂ ਤੱਕ ਇਸ ਤਰ੍ਹਾਂ ਕੀਤਾ। ਇਸ ਲਈ ਉਸਦੀ ਪਤਨੀ ਉਸਦੀ ਦੇਖਭਾਲ ਕਰਦੇ ਕਰਦੇ ਥੱਕ ਗਈ ਹੋਵੇਗੀ। ਹਾਲਾਂਕਿ ਇਸ ਤਰ੍ਹਾਂ ਉਸਦੀ ਕਹਾਣੀ ਖਤਮ ਹੋ ਗਈ।
ਬਾਈਬਲ ਵਿੱਚ ਪਰਮੇਸ਼ਰ ਸਾਨੂੰ ਆਪਣੇ ਆਉਣ ਤੱਕ ਸੱਚਾਈ ਨੂੰ ਦਲੇਰੀ ਨਾਲ ਫੜੀ ਰੱਖਣ ਲਈ ਕਹਿੰਦੇ ਹਨ ਕਿ ਇਸ ਦਾ ਕੋਈ ਕਾਰਨ ਨਹੀਂ ਹੋਣਾ ਚਾਹੀਦਾ। ਜਦ ਅਸੀਂ ਇੱਕ ਹੋਰ ਮਹੀਨਾ ਜਾਂ ਇੱਕ ਹੋਰ ਹਫ਼ਤਾ ਜਾਂ ਇੱਕ ਹੋਰ ਦਿਨ ਸਬਰ ਰੱਖਦੇ ਹਾਂ ਤਾਂ ਅਸੀਂ ਇੱਕ ਸ਼ਾਨਦਾਰ ਮਹਿਮਾ ਵਿੱਚ ਹਿੱਸਾ ਲੈਣ ਲਈ ਸਫਲ ਹੋਵਾਂਗੇ। ਪਰ ਜੇਕਰ ਅਸੀਂ ਆਪਣੇ ਜੀਵਨ ਵਿੱਚ ਮੁਸ਼ਕਿਲਾਂ ਦੇ ਕਾਰਨ ਆਪਣੇ ਵਿਸ਼ਵਾਸ ਨੂੰ ਛੱਡ ਦਿੰਦੇ ਹਾਂ ਤਾਂ ਸਾਡਾ ਅੰਤਮ ਨਤੀਜਾ ਤਰਸਯੋਗ ਹੋਵੇਗਾ। ਬਹੁਤ ਸਾਰੇ ਲੋਕ ਜਿਆਂਗ ਟੈਗੋਂਗ ਬਾਰੇ ਗੱਲ ਕਰਦੇ ਹਨ ਕਿਉਂਕਿ ਉਹ ਇੱਕ ਮਸ਼ਹੂਰ ਵਿਅਕਤੀ ਸੀ, ਪਰ ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਉਸ ਦੀ ਪਤਨੀ ਵਾਂਗ ਮੁਸ਼ਕਿਲ ਸਥਿਤੀ ਵਿੱਚ ਹਨ। ਇਸ ਲਈ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਹੀ ਵਿਸ਼ਵਾਸ ਨਾਲ ਅੰਤ ਤੱਕ ਸਬਰ ਰੱਖੀਏ। ਕਦੇ-ਕਦੇ ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ, ਜਿਨ੍ਹਾਂ ਨੂੰ ਸੱਚ ਦੀ ਸਹੀ ਸਮਝ ਨਹੀਂ ਹੁੰਦੀ ਜਾਂ ਜਿਨ੍ਹਾਂ ਨੇ ਸੱਚਾਈ ਨੂੰ ਧੋਖਾ ਦਿੱਤਾ ਹੈ, ਬਹੁਤ ਸਾਰੀ ਬਦਨਾਮੀ ਸੁਣ ਸਕਦੇ ਹਾਂ। ਪਰ ਸਾਡੇ ਵਿਸ਼ਵਾਸ ਦਾ ਮਾਨਕ ਪਰਮੇਸ਼ਰ ਦਾ ਵਚਨ ਹੋਣਾ ਚਾਹੀਦਾ ਹੈ। ਜਦ ਤੱਕ ਸਾਡੇ ਕੋਲ ਪਰਮੇਸ਼ਰ ਦੇ ਵਚਨ ਅਨੁਸਾਰ ਜੀਣ ਦਾ ਪੱਕਾ ਇਰਾਦਾ ਭਾਵ ਸਹੀ ਮਾਨਕ ਹੈ, ਤਦ ਤੱਕ ਸਾਡੇ ਲਈ ਕਿਸੇ ਵੀ ਨਿੰਦਣਯੋਗ ਅਫਵਾਹਾਂ ਤੋਂ ਡਰਨ ਜਾਂ ਹਿੱਲਣ ਦਾ ਕੋਈ ਕਾਰਨ ਨਹੀਂ ਹੈ। ਕੀ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 3 ਦੇਖੀਏ। ਅਧਿਆਇ 3 ਵਚਨ 10। ਤੈਂ ਜੋ ਮੇਰੇ ਧੀਰੇ ਦੇ ਵਚਨ ਦੀ ਰੱਖਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ, ਤੇਰੀ ਰੱਖਿਆ ਕਰਾਂਗਾ। ਮੈਂ ਛੇਤੀ ਆਉਂਦਾ ਹਾਂ। ਜੋ ਤੇਰੇ ਕੋਲ ਹੈ ਉਸ ਨੂੰ ਕੀ ਕਰਨਾ ਚਾਹੀਦਾ ਹੈ? ਸੋ ਤਕੜਾਈ ਨਾਲ ਫੜੀ ਰੱਖ। ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਸ਼ੈਤਾਨ ਯਕੀਨੀ ਰੂਪ ਨਾਲ ਇੱਕ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰੇਗਾ ਜਿੱਥੇ ਤੁਸੀਂ ਜੋ ਕੁਝ ਤੁਹਾਡੇ ਕੋਲ ਹੈ ਉਸ ਨੂੰ ਫੜੀ ਨਹੀਂ ਰੱਖ ਸਕਦੇ। ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ, ਕਿਤੇ ਐ ਨਾ ਹੋਵੇ ਭਾਈ ਕੋਈ ਤੇਰਾ ਮੁਕਟ ਲੈ ਜਾਵੇ। ਮੁਕਟ ਕਿਸ ਨੂੰ ਪਾਇਆ ਜਾਂਦਾ ਹੈ? ਮੁਕਟ ਇੱਕ ਰਾਜੇ ਨੂੰ ਪਾਇਆ ਜਾਂਦਾ ਹੈ। ਪਰਮੇਸ਼ਰ ਨੇ ਸਾਨੂੰ ਦੱਸਿਆ ਕਿ ਅਸੀਂ ਸਵਰਗ ਦੇ ਰਾਜ ਵਿੱਚ ਹਮੇਸ਼ਾ ਲਈ ਰਾਜ ਕਰਾਂਗੇ। ਸਾਨੂੰ ਇਸ ਸ਼ਾਨਦਾਰ ਅਹੁਦੇ ਲਈ ਇੱਕ ਵਾਅਦਾ ਦਿੱਤਾ ਗਿਆ ਹੈ। ਹਾਲਾਂਕਿ ਜੇਕਰ ਅਸੀਂ ਸੋਚਦੇ ਹਾਂ ਮੈਂ ਇਸ ਭਾਰੀ ਮੁਕਟ ਨੂੰ ਲੰਬੇ ਸਮੇਂ ਤੱਕ ਪਾਇਆ ਹੈ ਪਰ ਮੈਂ ਹੁਣ ਇਸ ਦਾ ਭਾਰ ਸਹਿਣ ਨਹੀਂ ਕਰ ਸਕਦਾ, ਮੈਂ ਇਸ ਨੂੰ ਕਿਸੇ ਹੋਰ ਨੂੰ ਦੇ ਦੇਵਾਂਗਾ, ਫਿਰ ਅਸੀਂ ਏਸਾਓ ਦੇ ਵਾਂਗ ਬਣ ਜਾਵਾਂਗੇ ਜਿਸ ਨੇ ਆਪਣੇ ਪਹਿਲੇ ਪੁੱਤਰ ਦਾ ਅਧਿਕਾਰ ਯਾਕੂਬ ਨੂੰ ਵੇਚ ਦਿੱਤਾ। ਇਸ ਲਈ ਪਰਮੇਸ਼ਰ ਨੇ ਸਾਨੂੰ ਕਿਹਾ ਮੈਂ ਛੇਤੀ ਆਵਾਂਗਾ। ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ, ਕਿਤੇ ਐ ਨਾ ਹੋਵੇ ਭਾਈ ਕੋਈ ਤੇਰਾ ਮੁਕਟ ਲੈ ਜਾਵੇ। ਫਿਰ ਕੀ ਇਸ ਤਰ੍ਹਾਂ ਦੀ ਸਥਿਤੀਆਂ ਨਹੀਂ ਹੋਣਗੀਆਂ ਜੋ ਸਾਨੂੰ ਇਸ ਮੁਕਟ ਨੂੰ ਛੱਡਣ ਦਾ ਕਾਰਨ ਹੋਵੇਗੀ? ਇਸ ਤਰ੍ਹਾਂ ਦੀਆਂ ਸਥਿਤੀਆਂ ਕੌਣ ਪੈਦਾ ਕਰੇਗਾ? ਉਹ ਸ਼ੈਤਾਨ ਹੈ। ਉਹ ਸਾਨੂੰ ਵਿਸ਼ਵਾਸ ਗਵਾਉਣ, ਸੱਚਾਈ ਬਾਰੇ ਸ਼ੱਕ ਕਰਨ ਜਾਂ ਇਸ ਨੂੰ ਤਿਆਗਣ ਲਈ ਸਥਿਤੀਆਂ ਨੂੰ ਪੈਦਾ ਕਰਦਾ ਹੈ। ਸ਼ੈਤਾਨ ਸਾਨੂੰ ਦੁਨਿਆਵੀ ਚੀਜ਼ਾਂ ਨੂੰ ਸੱਚਾਈ ਨਾਲੋਂ ਵੱਧ ਆਕਰਸ਼ਕ ਦਿਖਾਉਣ ਦੁਆਰਾ ਵੀ ਧੋਖਾ ਦਿੰਦਾ ਹੈ ਤਾਂ ਜੋ ਅਸੀਂ ਉਹਨਾਂ ਨੂੰ ਜ਼ਿਆਦਾ ਮਹੱਤਵਪੂਰਨ ਸਮਝੀਏ। ਇਸ ਲਈ ਬਾਈਬਲ ਕਹਿੰਦੀ ਹੈ ਸ਼ੈਤਾਨ ਬੁੱਕ ਦੇ ਸੀਹੀ ਵਾਂਗੂ ਭਾਲਦਾ ਫਿਰਦਾ ਹੈ। ਸ਼ੈਤਾਨ ਹਮੇਸ਼ਾ ਮੌਕੇ ਦੀ ਭਾਲ ਵਿੱਚ ਰਹਿੰਦਾ ਹੈ। ਆਓ ਅਸੀਂ ਪਹਿਲਾ ਪਤਰਸ ਅਧਿਆਇ 5 ਵਚਨ 6 ਦੇਖੀਏ। ਸੋ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥ ਦੇ ਹੇਠੇ ਨੀਵਿਆਂ ਕਰੋ, ਭਾਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ ਅਤੇ ਆਪਣੀ ਸਾਰੀ ਚਿੰਤਾ ਉਸੇ ਉੱਤੇ ਸੁੱਟ ਛੱਡੋ ਕਿਉਂਕਿ ਉਹਨੂੰ ਤੁਹਾਡਾ ਫਿਕਰ ਹੈ। ਸੁਚੇਤ ਹੋਵੋ, ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸਿੰਹ ਵਾਂਗੂ ਭਾਲਦਾ ਫਿਰਦਾ ਹੈ, ਭਾਈ ਕਿਸ ਨੂੰ ਪਾੜ ਖਾਵਾਂ। ਤੁਸੀਂ ਆਪਣੀ ਨੇਚਾ ਵਿੱਚ ਤਕੜੇ ਹੋ ਕੇ ਉਹਦਾ ਸਾਹਮਣਾ ਕਰੋ, ਇਹ ਜਾਣ ਕੇ ਜੋ ਤੁਹਾਡੇ ਗੁਰੂ ਭਾਈ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ। ਅਤੇ ਪਰਮ ਕਿਰਪਾਲੂ ਪਰਮੇਸ਼ਵਰ ਜਿਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ, ਜਦ ਤੁਸੀਂ ਥੋੜਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆ ਕਰੇਗਾ। ਪਰਾਕਰਮ ਯੁਗਾਨੁਯੁਗ ਉਸੇ ਦਾ ਹੋਵੇ। ਆਮੀਨ। ਪਹਿਲਾ ਪਤਰਸ ਅਧਿਆਇ 5 ਵਿੱਚ ਲਿਖਿਆ ਹੈ, ਵਿਸ਼ਵਾਸ ਵਿੱਚ ਦ੍ਰਿੜ ਰਹੋ। ਸ਼ੈਤਾਨ ਹਮੇਸ਼ਾ ਸਾਡੇ ਵਿਸ਼ਵਾਸ ਨੂੰ ਨਸ਼ਟ ਕਰਨਾ ਚਾਹੁੰਦਾ ਹੈ। ਜਦ ਸ਼ੈਤਾਨ ਨੇ ਯੀਸ਼ੂ ਨੂੰ ਪਰਤਾਇਆ ਤਾਂ ਉਸਨੇ ਯੀਸ਼ੂ ਨੂੰ ਸੰਸਾਰ ਦੀ ਸਾਰੀ ਮਹਿਮਾ ਦਿਖਾਈ ਅਤੇ ਯੀਸ਼ੂ ਨੂੰ ਇਸ ਸ਼ਰਤ ਉੱਤੇ ਉਹ ਦੇਣ ਦਾ ਵਾਅਦਾ ਕੀਤਾ ਕਿ ਯੀਸ਼ੂ ਉਸ ਨੂੰ ਮੱਥਾ ਟੇਕੇ। ਸਾਨੂੰ ਪਰਮੇਸ਼ਰ ਦੇ ਵਚਨ ਤੋਂ ਵੱਧ ਦੁਨਿਆਵੀ ਚੀਜ਼ਾਂ ਉੱਤੇ ਧਿਆਨ ਦੇਣ ਦੇ ਦੁਆਰਾ ਸ਼ੈਤਾਨ ਸਾਡੇ ਵਿਸ਼ਵਾਸ ਨੂੰ ਹੌਲੀ-ਹੌਲੀ ਤਦ ਤੱਕ ਕਮਜ਼ੋਰ ਕਰਦਾ ਹੈ ਜਦ ਤੱਕ ਕਿ ਉਹ ਪੂਰੀ ਤਰ੍ਹਾਂ ਨਸ਼ਟ ਨਾ ਹੋ ਜਾਵੇ। ਇਸ ਲਈ ਪਰਮੇਸ਼ਰ ਨੇ ਕਿਹਾ, ਅੰਤ ਤੱਕ ਆਪਣਾ ਵਿਸ਼ਵਾਸ ਬਣਾਏ ਰੱਖੋ। ਮੈਨੂੰ ਉਹ ਸਮਾਂ ਯਾਦ ਹੈ ਜਦ ਪਿਤਾ ਜੀ ਨੇ
ਜਿयांਗ ਟੈਗੋਂਗ ਦੀ ਪਤਨੀ ਦੇ ਬਾਰੇ ਕਹਾਣੀ ਸਾਂਝਾ ਕੀਤੀ ਸੀ। ਇਸ ਸਿੱਖਿਆ ਦੇ ਦੁਆਰਾ ਆਓ ਅਸੀਂ ਪਰਮੇਸ਼ਰ ਦੇ ਲੋਕ ਬਣੀਏ ਜੋ ਅੰਤ ਤੱਕ ਆਪਣੇ ਵਿਸ਼ਵਾਸ ਨੂੰ ਕਾਇਮ ਰੱਖ ਸਕਦੇ ਹਨ। ਆਓ ਅਸੀਂ ਅਫਸੀਆਂ ਅਧਿਆਇ 6 ਵਚਨ 10 ਦੇਖੀਏ। ਮੁੱਕਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ। ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਧਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿਰਦਾ ਦੇ ਸਾਹਮਣੇ ਖਲੋ ਸਕੋ। ਸ਼ੈਤਾਨ ਲਗਾਤਾਰ ਸਾਡੀਆਂ ਅੱਖਾਂ ਨੂੰ ਲੁਭਾਉਣ ਵਾਲੀਆਂ ਚੀਜ਼ਾਂ ਨਾਲ ਸਾਡੀਆਂ ਆਤਮਾਵਾਂ ਨੂੰ ਖਾ ਜਾਣ ਅਤੇ ਨਸ਼ਟ ਕਰਨ ਲਈ ਕਈ ਤਰ੍ਹਾਂ ਦੀ ਚਲਾਕੀ ਕਰਦਾ ਹੈ। ਵਚਨ 12 ਕਿਉਂ ਜੋ ਸਾਡੀ ਸੰਘਰਸ਼ ਭਾਵ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਅੰਧਕੋਰ ਦੇ ਮਹਾਰਾਜਿਆਂ ਨਾਲ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ ਭਾਈ ਤੁਸੀਂ ਬੁਰੇ ਦਿਨਾਂ ਵਿੱਚ ਸਾਹਮਣਾ ਕਰ ਸਕੋ ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ। ਉਹਨਾਂ ਸਭਨਾਂ ਸਣੇ ਨੇਚਾ ਦੀ ਢਾਲ ਲਓ ਜਿਨ੍ਹਾਂ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਨਾਂ ਨੂੰ ਬੁਝਾ ਸਕੋ। ਦੁਸ਼ਟ ਦੇ ਅਗਨ ਬਾਨਾਂ ਅਤੇ ਬਰਸ਼ਿਆਂ ਨੂੰ ਸਾਨੂੰ ਵਿਸ਼ਵਾਸ ਦੀ ਢਾਲ ਲੈ ਕੇ ਬੁਝਾਉਣਾ ਚਾਹੀਦਾ ਹੈ। ਸ਼ੈਤਾਨ ਸਾਡੇ ਉੱਤੇ ਲਗਾਤਾਰ ਅਗਨ-ਬਾਣ ਚਲਾ ਰਿਹਾ ਹੈ। ਕਿਸੇ ਸਮੇਂ ਤੇ ਉਹਨਾਂ ਬਾਣਾਂ ਤੋਂ ਸ਼ਿਕਾਰ ਹੋ ਕੇ ਕਿਸੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜਦੋਂ ਸ਼ੈਤਾਨ ਸਾਡੇ ਉੱਤੇ ਅਗਨ-ਬਾਣ ਅਤੇ ਅਗਨ ਬਰਸ਼ੇ ਨਾਲ ਹਮਲਾ ਕਰਦਾ ਹੈ ਤਾਂ ਅਸੀਂ ਸਵਰਗੀ ਪਿਤਾ ਅਤੇ ਮਾਤਾ ਜੀ ਵਿੱਚ ਆਪਣੇ ਵਿਸ਼ਵਾਸ ਦੁਆਰਾ ਉਹਨਾਂ ਨੂੰ ਰੋਕ ਸਕਦੇ ਹਾਂ। ਵਚਨ 17 ਵਿੱਚ ਉਹ ਕਹਿੰਦਾ ਹੈ ਮੁਕਤੀ ਦਾ ਟੋਪ ਲੈ ਲਵੋ। ਟੋਪ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਸ ਨੂੰ ਅਸੀਂ ਆਪਣੇ ਸਿਰ ਉੱਤੇ ਪਾਉਂਦੇ ਹਾਂ, ਹੈ ਨਾ। ਬਾਈਬਲ ਸਾਨੂੰ ਇਹ ਸਿਖਾਉਂਦੀ ਹੈ ਕਿਉਂਕਿ ਸਾਡੇ ਮਨ ਵਿੱਚ ਹਮੇਸ਼ਾ ਮੁਕਤੀ ਹੋਣੀ ਚਾਹੀਦੀ ਹੈ। ਜੇਕਰ ਅਸੀਂ ਮੁਕਤੀ ਦੇ ਬਾਰੇ ਨਹੀਂ ਸੋਚਦੇ ਪਰ ਸੰਸਾਰ ਦੇ ਆਨੰਦ ਦੀ ਉਤਸੁਕਤਾ ਨਾਲ ਸਾਡਾ ਮਨ ਭਰਿਆ ਹੈ ਤਾਂ ਅਸੀਂ ਅੰਤ ਵਿੱਚ ਮੁਕਤੀ ਨੂੰ ਤਿਆਗ ਦੇਵਾਂਗੇ। ਇਸ ਲਈ ਪਰਮੇਸ਼ਰ ਉੱਤੇ ਵਿਸ਼ਵਾਸ ਰੱਖਦੇ ਹੋਏ ਸਾਨੂੰ ਹਮੇਸ਼ਾ ਮੁਕਤੀ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ। ਆਤਮਾ ਦੀ ਤਲਵਾਰ ਚੋਂ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਨਮਿਤ ਸਾਰਿਆਂ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ। ਅਤੇ ਮੇਰੇ ਲਈ ਵੀ ਭਾਈ ਜਦ ਆਪਣਾ ਮੂੰਹ ਖੋਲਾਂ ਤਾਂ ਅਜਿਹਾ ਬੋਲਣਾ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਖੋਲ ਦਿਆਂ। ਜਦ ਅਸੀਂ ਪ੍ਰਚਾਰ ਨਹੀਂ ਕਰਦੇ ਤਾਂ ਇਹ ਬਸ ਉਹ ਸਮਾਂ ਹੈ ਜਦ ਸਾਡੇ ਉੱਤੇ ਸ਼ੈਤਾਨ ਦੇ ਬਾਨਾਂ ਅਤੇ ਬਰਸ਼ਿਆਂ ਦੁਆਰਾ ਹਮਲਾ ਕੀਤਾ ਜਾਣ ਵਾਲਾ ਹੈ। ਇਹ ਪ੍ਰਚਾਰ ਕਰਨਾ ਹੈ ਜਿਸ ਨਾਲ ਅਸੀਂ ਆਤਮਿਕ ਰੂਪ ਨਾਲ ਸ਼ੈਤਾਨ ਉੱਤੇ ਹਮਲਾ ਕਰ ਸਕਦੇ ਹਾਂ। ਇਸ ਲਈ ਜਿਨ੍ਹਾਂ ਲੋਕਾਂ ਨਾਲ ਸ਼ੈਤਾਨ ਸਭ ਤੋਂ ਜ਼ਿਆਦਾ ਨਫ਼ਰਤ ਕਰਦਾ ਹੈ ਉਹ ਨਵੇਂ ਨੇਮ ਦੀ ਖੁਸ਼ਖਬਰੀ ਦੇ ਸੇਵਕ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਹ ਲੋਕਾਂ ਦੇ ਮਨਾਂ ਵਿੱਚ ਸਹੀ ਮਾਨਸਿਕਤਾ ਪੈਦਾ ਕਰਦੇ ਹੋਏ ਪਰਮੇਸ਼ਰ ਦੇ ਵਚਨ ਦੇ ਜ਼ਰੀਏ ਆਤਮਾਵਾਂ ਨੂੰ ਬਚਾਉਣਾ ਜਾਰੀ ਰੱਖਦੇ ਹਨ। ਸ਼ੈਤਾਨ ਹਰ ਇੱਕ ਨੂੰ ਇਸ ਦੁਨੀਆ ਨੂੰ ਦੁਨਿਆਵੀ ਰੂਪ ਨਾਲ ਦੇਖਣ ਦਿੰਦਾ ਹੈ ਪਰ ਅਸੀਂ ਲੋਕਾਂ ਨੂੰ ਦੁਨੀਆ ਨੂੰ ਜ਼ਿਆਦਾ ਆਤਮਿਕ ਰੂਪ ਨਾਲ ਦੇਖਣ ਲਈ ਸਹਾਇਤਾ ਕਰ ਰਹੇ ਹਾਂ ਕਿਉਂਕਿ ਖੁਸ਼ਖਬਰੀ ਦੇ ਸੇਵਕਾਂ ਦੀ ਗਿਣਤੀ 1 ਤੋਂ 10, 100 ਤੋਂ 1000 ਅਤੇ ਇੱਥੋਂ ਤੱਕ ਕਿ 10,000 ਤੱਕ ਵੱਧ ਰਹੀ ਹੈ। ਇਸ ਲਈ ਸ਼ੈਤਾਨ ਆਪਣੀ ਆਤਮਿਕ ਸ਼ਕਤੀ ਨੂੰ ਨਿਰੰਤਰ ਗੁਆ ਰਿਹਾ ਹੈ। ਜਦ ਅਸੀਂ ਸੱਚਾਈ ਦਾ ਪ੍ਰਚਾਰ ਕਰਦੇ ਹਾਂ ਤਾਂ ਸ਼ੈਤਾਨ ਖੁਸ਼ ਨਹੀਂ ਹੋ ਸਕਦਾ। ਇਸ ਲਈ ਬਾਈਬਲ ਵਿੱਚ ਲਿਖਿਆ ਹੈ ਕਿ ਸਾਨੂੰ ਵਾਰ-ਵਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਆਓ ਅਸੀਂ ਦਲੇਰੀ ਨਾਲ ਖੁਸ਼ਖਬਰੀ ਦੇ ਭੇਤਾਂ ਦਾ ਪ੍ਰਚਾਰ ਕਰੀਏ। ਵਚਨ 20 ਜਿਹਦੇ ਲਈ ਮੈਂ ਸੰਗਲਾਂ ਵਿੱਚ ਜਕੜਿਆ ਹੋਇਆ ਇਲਚੀ ਹਾਂ ਅਤੇ ਮੈਂ ਉਸ ਵਿੱਚ ਅਜਿਹਾ ਦਲੇਰੀ ਨਾਲ ਬੋਲਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ। ਸਿਰਫ ਇਹ ਲੋਕ ਹੀ ਅੰਤ ਤੱਕ ਸਬਰ ਰੱਖਣ ਵਿੱਚ ਸਫਲ ਹਨ। ਇਸ ਧਰਤੀ ਉੱਤੇ ਪਿਤਾ ਜੀ ਨੇ ਸਾਨੂੰ ਜੋ ਅੰਤਿਮ ਵਚਨ ਦਿੱਤੇ ਸੀ ਉਹ ਸੀ। ਹੁਣ ਸਾਡੇ ਕੋਲ ਕਰਨ ਲਈ ਹੋਰ ਕੁਝ ਨਹੀਂ ਬਚਿਆ ਹੈ। ਪਰਮੇਸ਼ਰ ਦੇ ਵਚਨ ਦਾ ਮਿਹਨਤ ਨਾਲ ਪ੍ਰਚਾਰ ਕਰੋ। ਮੈਨੂੰ ਉਹਨਾਂ ਦੇ ਅੰਤਿਮ ਸ਼ਬਦ ਯਾਦ ਹਨ। ਉਹ ਪਿਤਾ ਜੀ ਦੇ ਸ਼ਬਦ ਸਨ ਜੋ ਮੈਂ ਆਖਰੀ ਫੋਨ ਕਾਲ ਤੇ ਸੁਣੇ ਸੀ। ਇਸ ਦੁਨੀਆ ਵਿੱਚ ਹੁਣ ਵੀ ਬਹੁਤ ਸਾਰੀਆਂ ਆਤਮਾਵਾਂ ਪਰਮੇਸ਼ਰ ਦੀ ਸੱਚਾਈ ਅਤੇ ਸਿਓਨ ਨੂੰ ਜਾਣੇ ਬਿਨਾਂ ਭਟਕ ਰਹੀਆਂ ਹਨ। ਸਾਨੂੰ ਉਹਨਾਂ ਆਤਮਾਵਾਂ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ ਬਲਕਿ ਸਦੀਪਕ ਜੀਵਨ ਦੇ ਸੱਚ ਵਿੱਚ ਉਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਹੁਣ ਕਿਉਂਕਿ ਸ਼ੈਤਾਨ ਦੀ ਸ਼ਕਤੀ ਕਮਜ਼ੋਰ ਹੋ ਗਈ ਹੈ ਤਾਂ ਲੋਕ ਪਰਮੇਸ਼ਰ ਕੋਲ ਵਾਪਿਸ ਆਉਣ ਵਿੱਚ ਸਫਲ ਹਨ। ਆਓ ਅਸੀਂ ਸਭ ਜਾਗੀਏ। ਸਾਨੂੰ ਵਿਸ਼ਵਾਸ ਦੀ ਇਸ ਦੌੜ ਨੂੰ ਅੰਤ ਤੱਕ ਖਤਮ ਕਰਨ ਲਈ ਦ੍ਰਿੜ ਸੰਕਲਪ ਦੀ ਲੋੜ ਹੈ। ਅਜਿਹੇ ਬਹੁਤੇ ਲੋਕ ਹਨ ਜੋ ਆਪਣਾ ਵਿਸ਼ਵਾਸ ਛੱਡ ਦਿੰਦੇ ਹਨ। ਕੁਝ ਲੋਕ ਹਾਰ ਮੰਨ ਲੈਂਦੇ ਹਨ ਕਿਉਂਕਿ ਉਹ ਮੁਸ਼ਕਿਲਾਂ ਉੱਤੇ ਜਿੱਤ ਨਹੀਂ ਪਾ ਸਕਦੇ ਅਤੇ ਦੂਸਰੇ ਹਾਰ ਮੰਨ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਵਿਸ਼ਵਾਸ ਦਾ ਜੀਵਨ ਇਕਾਂਤ ਹੋ ਗਿਆ ਹੈ। ਇਸ ਧਰਤੀ ਉੱਤੇ ਅਸੀਂ ਜਿਹੜੀਆਂ ਪ੍ਰੀਖਿਆਵਾਂ ਅਤੇ ਮੁਸ਼ਕਿਲਾਂ ਤੋਂ ਲੰਘ ਰਹੇ ਹਾਂ ਉਹ ਅਸਥਾਈ ਹਨ ਪਰ ਸਾਡੇ ਵਿਸ਼ਵਾਸ ਦਾ ਅੰਤਮ ਨਤੀਜਾ ਸਦੀਪਕ ਹੋਵੇਗਾ।
ਸਦੀਪਕ ਦਾ ਅਰਥ ਹੈ ਕਿ ਇਹ ਹਮੇਸ਼ਾ ਲਈ ਹੋਵੇਗਾ। ਅਸੀਂ ਨਰਕ ਦੇ ਟੋਏ ਵਿੱਚ ਨਹੀਂ ਡਿੱਗਾਂਗੇ ਜਿੱਥੇ ਦਰਦ ਰੁਕ ਨਹੀਂ ਸਕਦਾ, ਪਰ ਅਸੀਂ ਪਰਮੇਸ਼ਰ ਦੇ ਰਾਜ ਭਾਵ ਆਨੰਦ, ਮਹਿਮਾ ਅਤੇ ਖੁਸ਼ੀ ਦੀ ਦੁਨੀਆ ਵਿੱਚ ਪ੍ਰਵੇਸ਼ ਕਰਾਂਗੇ। ਉਸ ਦੁਨੀਆ ਵਿੱਚ ਜਿਸ ਨੂੰ ਪਰਮੇਸ਼ਰ ਨੇ ਸਾਡੇ ਲਈ ਬਣਾਇਆ ਹੈ, ਅਸੀਂ ਹਰ ਦਿਨ ਖੁਸ਼ੀ ਦਾ ਅਨੁਭਵ ਕਰਾਂਗੇ। ਅਸੀਂ ਸਵਰਗੀ ਆਸ਼ੀਸ਼ਾਂ ਅਤੇ ਸਦੀਪਕ ਜੀਵਨ ਉੱਤੇ ਖੁਸ਼ ਹੋਵਾਂਗੇ ਜਿਸ ਨੂੰ ਪਰਮੇਸ਼ਰ ਨੇ ਸਾਡੇ ਲਈ ਹਮੇਸ਼ਾ ਲਈ ਤਿਆਰ ਕੀਤਾ ਹੈ। ਸਾਨੂੰ ਉੱਥੇ ਜਾਣ ਤੋਂ ਰੋਕਣ ਲਈ ਸ਼ੈਤਾਨ ਬੁੱਕ ਦੇ ਸ਼ੇਰ ਵਾਂਗੂ ਸਾਡੀਆਂ ਕਮਜ਼ੋਰੀਆਂ ਉੱਤੇ ਹਮਲਾ ਕਰਦਾ ਹੈ। ਜਿਵੇਂ ਕਿ ਅਫਸੀਆ ਅਧਿਆਇ 6 ਵਿੱਚ ਲਿਖਿਆ ਗਿਆ ਹੈ, ਜੇਕਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੇ ਨੇੜੇ ਨਹੀਂ ਰੱਖਦੇ ਤਾਂ ਸਾਡੀਆਂ ਆਤਮਾਵਾਂ ਆਖਿਰਕਾਰ ਸ਼ੈਤਾਨ ਦੁਆਰਾ ਪਾੜ ਦਿੱਤੀਆਂ ਜਾਣਗੀਆਂ। ਇਸ ਲਈ ਸਾਨੂੰ ਹਮੇਸ਼ਾ ਪਰਮੇਸ਼ਰ ਦੇ ਵਚਨ ਵਿੱਚ ਬਣੇ ਰਹਿਣਾ ਚਾਹੀਦਾ ਹੈ। ਲੋਕਾਂ ਦੀ ਖੁਸ਼ਖਬਰੀ ਵਿੱਚ ਧਨੀ ਮਨੁੱਖ ਅਤੇ ਲਾਜ਼ਰ ਦੇ ਉਦਾਹਰਣ ਦੁਆਰਾ ਯੀਸ਼ੂ ਨੇ ਪਹਿਲਾਂ ਤੋਂ ਹੀ ਨਰਕ ਦੇ ਦਰਦ ਨੂੰ ਸਮਝਾਇਆ, ਕਿਉਂਕਿ ਇਹ ਦਰਦ ਨਾਲ ਭਰੀ ਜਗ੍ਹਾ ਹੈ। ਇਸ ਲਈ ਪਿਤਾ ਨਹੀਂ ਚਾਹੁੰਦੇ ਕਿ ਉਹਨਾਂ ਦੀਆਂ ਸੰਤਾਨਾਂ ਨੂੰ ਉਸ ਜਗ੍ਹਾ ਭੇਜਿਆ ਜਾਵੇ। ਸਾਨੂੰ ਨਰਕ ਤੋਂ ਬਚਾਉਣ ਲਈ ਪਰਮੇਸ਼ਰ ਮਹਾਨ ਕੋਸ਼ਿਸ਼ ਕਰ ਰਹੇ ਹਨ, ਪਰ ਸ਼ੈਤਾਨ ਸਾਨੂੰ ਨਰਕ ਦੇ ਟੋਏ ਵਿੱਚ ਸੁੱਟਣਾ ਜਾਰੀ ਰੱਖਦਾ ਹੈ ਤਾਂ ਜੋ ਪਰਮੇਸ਼ਰ ਦੀਆਂ ਸੰਤਾਨਾਂ ਨੂੰ ਸਦੀਪਕ ਸਜ਼ਾ ਦਾ ਸਾਹਮਣਾ ਕਰਨਾ ਪਵੇ। ਉਹਨਾਂ ਦੀਆਂ ਸੰਤਾਨਾਂ ਨੂੰ ਦੁਖੀ ਕਰਕੇ ਸ਼ੈਤਾਨ ਪਿਤਾ ਅਤੇ ਮਾਤਾ ਜੀ ਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਹੀ ਉਸ ਦਾ ਉਦੇਸ਼ ਹੈ। ਸ਼ੈਤਾਨ ਸੱਚਾਈ ਨੂੰ ਮਰੋੜ ਕੇ ਹਰ ਤਰ੍ਹਾਂ ਦੇ ਝੂਠ ਨੂੰ ਪੈਦਾ ਕਰਦਾ ਹੈ। ਭਲੇ ਅਤੇ ਬੁਰੇ ਦੇ ਗਿਆਨ ਦਾ ਰੁੱਖ ਦਾ ਫਲ ਖਾਣ ਨਾਲ ਮੌਤ ਲਿਆਉਣ ਉੱਤੇ ਵੀ ਸ਼ੈਤਾਨ ਨੇ ਸਾਨੂੰ ਇਹ ਕਹਿ ਕੇ ਭਰਮਾਇਆ, ਤੂੰ ਉਸ ਦਾ ਫਲ ਖਾ ਕੇ ਬੁੱਧੀਮਾਨ ਹੋ ਜਾਵੇਗਾ। ਸਾਰੇ ਲੋਕੋ, ਇੱਕ ਵਾਰ ਫਿਰ ਆਓ ਅਸੀਂ ਇਸ ਦੇ ਬਾਰੇ ਸੋਚੀਏ ਕਿ ਪਰਮੇਸ਼ਰ ਨੇ ਕਿਉਂ ਕਿਹਾ ਕਿ ਇਸ ਅੰਤਿਮ ਯੁੱਗ ਵਿੱਚ ਜਿਹੜਾ ਸਿਓਨ ਵਿੱਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿੱਚ ਰਹਿ ਗਿਆ ਹੋਵੇ ਉਹ ਪਵਿੱਤਰ ਅਖਵਾਵੇਗਾ। ਆਓ ਅਸੀਂ ਇੱਕ ਵਾਰ ਫਿਰ ਆਪਣੇ ਪਿਤਾ ਅਤੇ ਮਾਤਾ ਜੀ ਦੀ ਇੱਛਾ ਨੂੰ ਆਪਣੇ ਦਿਲਾਂ ਉੱਤੇ ਅੰਕਿਤ ਕਰੀਏ, ਜੋ ਸਾਨੂੰ ਅੰਤ ਤੱਕ ਜੀਵਨ ਦੇ ਮੁਕਟ ਨੂੰ ਫੜੀ ਰੱਖਣ ਲਈ ਕਹਿੰਦੇ ਹਨ। ਜਿਵੇਂ ਮਾਤਾ ਨੇ ਸਾਨੂੰ ਸਿਖਾਇਆ ਹੈ, ਭਾਵੇਂ ਅਸੀਂ ਕਿੰਨੀਆਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਰੀਏ ਜਾਂ ਕਿਸੇ ਵੀ ਹਾਲਾਤਾਂ ਵਿੱਚ ਰਹੀਏ, ਆਓ ਅਸੀਂ ਕਦੇ ਵੀ ਆਪਣਾ ਵਿਸ਼ਵਾਸ ਨਾ ਗਵਾਈਏ ਜਾਂ ਸਵਰਗ ਦੇ ਰਾਜ ਲਈ ਆਪਣੀ ਆਸ ਨਾ ਛੱਡੀਏ। ਇਹ ਆਸ ਕਰਦੇ ਹੋਏ ਕਿ ਤੁਹਾਨੂੰ ਬਹੁਤ ਕਿਰਪਾ ਪ੍ਰਾਪਤ ਹੋਈ, ਮੈਂ ਇਸ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।